ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਾਪ ਸਾਹਿਬ ਉਪਰਾਲਾ 2020 ਵਿੱਚ ਜਾਪ ਸਾਹਿਬ ਦੇ ਵਿਚਾਰ ਦੇ 14ਵੇਂ ਭਾਗ ਦੀ ਵਾਰੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪਣਾਉਣਾ। ਆਓ ਸਭ ਤੋਂ ਪਹਿਲਾਂ ਉਚਾਰਨ ਵੱਲ ਧਿਆਨ ਦੇਈਏ ਜੀ। ਭਗਵਤੀ ਛੰਤ ਪ੍ਰਸਾਦ ਕਥਤੇ के आछिज देसै के आपिज पेसै के आगंज करमै के आपंज परमै के आपिज लोकै के आदित सोकै के अवधूत बरनै के विभूत करनै के राजंग प्रभा है के धर्मंग तुजा है के आशोक बरनै के सर्वा भरनै के जगतरंग कृति है के छत्रंग छत्री है के ब्रह्मंग स्वरूप है के अनपो अनूप है के आद अदेव है के आप अपेव है के चित्रंग विहीन है के एक है अधीन है के रोजी रजा के रही मैं रिहा के पाग बेअब है के गै भूल गैब है के अफबुल गुनाह है के शाहान शाह है के कारण को निंद है के रोजी दिहंद है के राजक रही मैं के कर्मंग करी मैं के सर्वंग कली है के सर्वंग दली है के सर्वत्र मान्य के सर्वत्र धान्य के सर्वत्र गोन्य के सर्वत्र पौन्य के सर्वत्र देश के सर्वत्र पेश के सर्वत्र राजय के सर्वत्र साजय के सर्वत्र दीन है के सर्वत्र लीन है के सर्वत्र जाहो के सर्वत्र पाहो के सर्वत्र देश है के सर्वत्र पेश है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजय के सर्वत्र राजय के सर्वत्र सोख है के सर्वत्र पोख है। भगवती चंद तब प्रसाद करते भगवती भगवती एक कह सकते हैं कि भगवती का ही एक स्वरूप है जो कि गुरु ग्रंथ साहिब विच भी ये शब्द जो है भगवती शब्द आता है जिहदे कई अर्थ हैं पर जो एक्चुअल विच जो इहदा इत्थे जो अर्थ बनदा है छंद दे नाल वो इत्थे प्यार वाला जिवें कि असीं गुरु ग्रंथ साहिब विच भी जिहड़ा है शब्द अगर सर्च करांगे तो सानूं मिल जाएगा भगवती शब्द ते उत्थे जिहड़ा अर्थ है जिवें कई जगह ओहदा भगत भी ते ये प्यार वाला जिवें कह सकते हैं अर्थ है भगवती छंद तब प्रसाद कथते तेरी कृपा दे नाल मैं कथन कर रहा हां तब प्रसाद कथते तेरी कृपा तब प्रसाद कथते कथन कर रहा हां के आछिज देस है के आपिज पेस है जो परमात्मा है ਉਹਦਾ ਜਿਹੜਾ ਦੇਸ਼ ਹੈ ਛਿੱਜਦਾ ਨਹੀਂ ਹੈ ਜਿਵੇਂ ਕਹਿੰਦੇ ਆ ਕਿ ਕੋਈ ਵਾਰ ਅਸੀਂ ਕੋਈ ਕੱਪੜਾ ਲੈਣੇ ਤਾਂ ਕਹਿੰਦਾ ਛਿੱਜ ਗਿਆ ਜੀ ਕੱਪੜਾ ਪੁਰਾਣਾ ਹੋ ਗਿਆ ਤੇ ਪੁਰਾਣਾ ਹੋ ਕੇ ਛਿੱਜ ਕੇ ਫਿਰ ਕੀ ਹੁੰਦਾ ਜੀ ਕੱਪੜਾ ਜਿਹੜਾ ਫਟ ਜਾਂਦਾ ਹੈ ਪਰ ਪਰਮਾਤਮਾ ਦਾ ਜਿਹੜਾ ਦੇਸ਼ ਹੈ ਛਿੱਜਦਾ ਨਹੀਂ ਕਿ ਆਪ ਭੇਜ ਭੇਸ ਹੈ ਕਿ ਉਹਦਾ ਜਿਹੜਾ ਭੇਸ ਹੈ ਉਹ ਕਹਿ ਸਕਦੇ ਆ ਕਿ ਕਿਸੇ ਤੋਂ ਕਹਿ ਸਕਦੇ ਕਿ ਖਾਸ ਜਿਵੇਂ ਪੂਰਨ ਤੌਰ ਤੇ ਪ੍ਰਭਾਵਿਤ ਨਹੀਂ ਹੈ ਕਿਸੇ ਤੋਂ ਜਿਵੇਂ ਕਹਿ ਸਕਦੇ ਆ ਕਿ ਭਈ ਹਮੇਸ਼ਾ ਸੀ ਆਪਣੇ ਤੋਂ ਵੱਡੇ ਤੋਂ ਪ੍ਰਭਾਵਿਤ ਤੇ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਜਾਂ ਉਸ ਤੋਂ ਵੱਡਾ ਕੋਈ ਗੁਣਵਾਨ ਨਹੀਂ ਹੈ ਤੇ ਜਿਵੇਂ ਕਿ ਅਸੀਂ ਪੜ੍ਹਿਆ ਕਿ ਆਪਣੇ ਆਪ ਨੂੰ ਆਪ ਹੀ ਪੈਦਾ ਕਰਨ ਵਾਲਾ ਹੈ ਜਿਹੜਾ ਗਿਆਨ ਹੈ ਉਹਨੇ ਜਿਹੜਾ ਪ੍ਰਕਾਸ਼ ਹੈ ਆਪਣੇ ਆਪ ਨੂੰ ਉਹਨੇ ਆਪ ਦਿੱਤਾ ਹੈ ਤੇ ਇਸ ਲਈ ਆਪ ਵਿੱਚ ਭੇਸ ਹੈ ਜੋ ਉਹਦਾ ਜਿਹੜਾ ਭੇਸ ਹੈ ਉਹ ਕਹਿ ਸਕਦੇ ਹਾਂ ਕਿ ਕਿਸੇ ਤੋਂ ਵੀ ਪ੍ਰਭਾਵਿਤ ਹੋਣ ਵਾਲਾ ਨਹੀਂ ਹੈ ਜਾਂ ਫਿਰ ਇਹਦਾ ਇੱਕ ਹੋਰ ਹੋ ਸਕਦਾ ਹੈ ਕਿ ਆਪ ਵਿੱਚ ਭੇਸ ਹੈ ਭਾਵ ਕਿਸੇ ਇੱਕ ਖਾਸ ਪਹਿਰਾਵੇ ਤੋਂ ਪਰਮਾਤਮਾ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਇਹ ਆਪ ਵਿੱਚ ਭੇਸ ਹੈ ਕਿ ਆਗੰਜ ਕਰਮ ਹੈ ਜੋ ਪਰਮਾਤਮਾ ਹੈ ਕਹਿ ਸਕਦੇ ਆ ਕਿ ਉਹਨੂੰ ਕੋਈ ਵੀ ਐਸਾ ਕਰਮ ਨਹੀਂ ਹੈ ਜੋ ਉਹਨੂੰ ਆਪਣੀ ਬੰਦਿਸ਼ ਵਿੱਚ ਕਰ ਸਕੇ ਆਗੰਜ ਕਰਮ ਇੱਥੇ ਜਿਹੜਾ ਗੰਜ ਦਾ ਜਿਹੜਾ ਥੋੜਾ ਅਰਥ ਹੈ ਆਗੰਜ ਦਾ ਉਹ ਇਹ ਕਹਿ ਸਕਦੇ ਆ ਕਿ ਬੰਦਿਸ਼ ਵਿੱਚ ਬੰਦਿਸ਼ ਤੇ ਜੋ ਪਰਮਾਤਮਾ ਹੈ ਉਹ ਕਿਸੇ ਵੀ ਕਰਮ ਦੇ ਅਧੀਨ ਨਹੀਂ ਹੈ ਭਾਵ ਉਹਨੂੰ ਕੋਈ ਕਰਮ ਆਪਣੇ ਵਿੱਚ ਕਹਿ ਸਕਦੇ ਆ ਬੰਦ ਨਹੀਂ ਸਕਦਾ ਕਿ ਆ ਪੰਜ ਭਰਮ ਹੈ
ਤੇ ਕੋਈ ਵੀ ਐਸਾ ਵਹਿਮ ਭਰਮ ਨਹੀਂ ਹੈ ਕਿ ਜੋ ਉਸ ਨੂੰ ਕਹਿ ਸਕਦੇ ਹਾਂ ਡੁਲਾ ਸਕਦਾ ਹੈ। ਆਪ ਪੰਜ ਯਾਨੀ ਕਿ ਹਿਲਾ ਸਕਦਾ ਹੈ, ਤੋੜ ਸਕਦਾ ਹੈ, ਨਾਸ਼ ਕਰ ਸਕਦਾ ਹੈ ਤੇ ਪਾਵਰ ਦੇ ਬਦਲ ਸਕਦਾ ਹੈ ਤੇ ਉਹਨੂੰ ਕੋਈ ਡੁਲਾ ਨਹੀਂ ਸਕਦਾ। ਕਿ ਭਾਵ ਜਿਵੇਂ ਕੋਈ ਸਾਨੂੰ ਕੋਈ ਇੱਕ ਦੋ ਸਿਫਾਰਸ਼ਾਂ ਕਰ ਦਿੰਦਾ ਕੋਈ ਕਰਮ ਦੀ ਕਿ ਇਹ ਕਰਮ ਕਰੋ ਜਾਂ ਇਹ ਕੰਮ ਕਰੋ, ਤੁਹਾਡਾ ਕੰਮ ਬਣ ਜਾਏਗਾ, ਤੇ ਜਿਹੜਾ ਦੁਨਿਆਵੀ ਪੱਧਰ ਵਾਲਾ ਜਿਹੜਾ ਜੀਵ ਹੁੰਦਾ, ਦੁਨਿਆਵੀ ਦੋਸ਼ ਵਾਲਾ, ਉਹ ਫਟਾਫਟ ਪ੍ਰਭਾਵਿਤ ਹੋ ਕੇ ਉਹ ਕੰਮ ਕਰ ਲੈਂਦਾ। ਭਾਵ ਉਹ ਕੋਈ ਧਾਗਾ ਵੀ ਹੋ ਸਕਦਾ, ਕਈ ਵਾਰ ਕੋਈ ਕਹਿ ਦਿੰਦਾ ਧਾਗਾ ਪਾ ਲੈ ਤੇਰੀ ਗੱਲ ਬਣੇਗੀ, ਤੇ ਕਿਤੇ ਨਾ ਕਿਤੇ ਉਹ ਵਿਸ਼ਵਾਸ ਜਿਹੜਾ ਜਲਦੀ ਡੋਲ ਜਾਂਦਾ ਹੈ। ਪਰ ਪਰਮਾਤਮਾ ਜਿਹੜਾ ਉਹਦਾ ਜਿਹੜਾ ਕਹਿ ਸਕਦੇ ਕਿ ਪੂਰਨ ਤੌਰ ਤੇ ਜਿਹੜਾ ਹੈ ਉਹ ਪੱਕਾ ਹੈ, ਆਪਣੇ ਤੇ ਕਾਇਮ ਹੈ, ਉਸ ਨੂੰ ਕੋਈ ਡੁਲਾ ਨਹੀਂ ਸਕਦਾ ਕਿ ਆਹ ਪੰਜੀ ਪਰ ਮੈਂ ਕਿਸੇ ਵੀ ਤਰੀਕੇ ਦੇ ਭਰਨ ਦੇ ਨਾਲ ਡੋਲਦਾ ਨਹੀਂ ਕਿ ਆਪ ਵਿੱਚ ਲੋਕ ਹੈ। ਤੇ ਇੱਥੇ ਅਦਕ ਨਹੀਂ ਆਈ ਤੇ ਕਈ ਗੁਟਕਿਆਂ ਵਿੱਚ ਕਿ ਆਪ ਵਿੱਚ ਲੋਕ ਹੈ ਕਿ ਆਦਿਤ ਲੋਕਾਂ ਦੇ ਵੀ ਅਦਕ ਹੈ, ਇਹ ਵੱਖੋ ਵੱਖ ਜਿਹੜੇ ਸਰੂਪ ਛਪ ਰਹੇ ਹਨ। ਪਰ ਫਿਲਹਾਲ ਜੋ ਅਸੀਂ ਲਿੱਤਾ ਹੈ ਉਹਦੇ ਇਹਦੇ ਵਿੱਚ ਲਿੱਤਾ ਹੈ ਕਿ ਅੱਛੇ ਕਿ ਆਪ ਵਿੱਚ ਲੋਕ ਹੈ, ਕਿ ਕਹਿ ਸਕਦੇ ਹਾਂ ਕਿ ਜੋ ਲੋਕੀ ਜੋ ਸਿਰਫ ਇਹ ਕੋਸ਼ਿਸ਼ ਕਰਦੇ ਆ ਦੁਨਿਆਵੀ ਪੱਧਰ ਵਾਲੇ ਕਿ ਹਾਂ ਵੀ ਅਸੀਂ ਪਰਮਾਤਮਾ ਨੂੰ ਰਿਝਾ ਲਵਾਂਗੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਕੇ, ਤੇ ਇੱਥੇ ਕਹਿਣਾ ਪਏਗਾ ਕਿ ਆਪ ਵਿੱਚ ਲੋਕ ਹੈ। ਤੇ ਅਜਿਹੇ ਲੋਕਾਂ ਕੋਲੋਂ ਅਜਿਹੀ ਦੁਨੀਆ ਤੋਂ ਪਰਮਾਤਮਾ ਜਿਹੜਾ ਹੈ ਉਹ ਭਿੱਜਦਾ ਨਹੀਂ, ਭਾਵ ਪ੍ਰਸੰਨ ਨਹੀਂ ਹੁੰਦਾ ਕਿ ਆਦਿਤ ਸੁੱਖ ਹੈ। ਤੇ ਕੋਈ ਵੀ ਕਹਿ ਸਕਦੇ ਹਾਂ ਕਿ ਪਰਮਾਤਮਾ ਨੂੰ ਜਿਹੜਾ ਸੋਖ ਜਿਹੜਾ ਜਿਵੇਂ ਦੁਨਿਆਵੀ ਪੱਧਰ ਤੇ ਅਗਰ ਅਸੀਂ ਗੱਲ ਕਰੀਏ ਤੇ ਜੋ ਵੀ ਪੈਦਾ ਹੋਇਆ ਤੇ ਇੱਕ ਦਿਨ ਉਹਨੇ ਸੁੱਕ ਜਾਣਾ। ਸੁੱਕ ਜਾਣ ਦਾ ਭਾਵ ਅਰਥ ਹੈ ਕਿ ਉਹਨੇ ਜਿਹੜਾ ਸਰੀਰ ਛੱਡ ਦੇਣਾ, ਭਾਵ ਨਾਸ ਹੋ ਜਾਣਾ ਨਾ। ਪਰ ਜੋ ਪਰਮਾਤਮਾ ਹੈ, ਜਿਹੜਾ ਪਰਮਾਤਮਾ ਹੈ ਉਹਨੂੰ ਕੋਈ ਸੋਕ ਨਹੀਂ ਸਕਦਾ। ਸੋਕਣਾ ਭਾਵ ਸੁਕਾਉਣ ਵਾਲਾ। ਤੇ ਹੁਣ ਇੱਥੇ ਜਿਹੜਾ ਆਦਿਤ ਦਾ ਜਿਹੜਾ ਅਰਥ ਹੈ ਉਹ ਹੈ ਸੂਰਜ। ਤੇ ਜਿਵੇਂ ਸੂਰਜ ਅਗਰ ਗੱਲ ਕਰੀਏ ਤੇ ਅਗਰ ਉਹਦੇ ਟੱਚ ਵਿੱਚ ਕਹਿ ਸਕਦੇ ਹਾਂ ਕਿ ਜੋ ਵੀ ਆਉਂਦਾ ਤੇ ਉਹਨੂੰ ਕਿਤੇ ਨਾ ਕਿਤੇ ਉਹ ਸੁਕਾ ਦਿੰਦਾ। ਸੂਰਜ ਆਦਿਤ ਦਾ ਇੱਕ ਜਿਹੜਾ ਇਹਦਾ ਜਿਹੜਾ ਸੂਰਜ ਨੂੰ ਕਿਹਾ ਜਾਂਦਾ ਆਦਿਤ, ਤੇ ਕਿ ਆਦਿਤ ਸੋਕ ਹੈ। ਤੇ ਜਿਹੜਾ ਕਹਿ ਸਕਦੇ ਹਾਂ ਕਿ ਜਿਹੜਾ ਸੂਰਜ ਹੈ ਉਹ ਅਗਰ ਉਹਦੇ ਟੱਚ ਵਿੱਚ ਕੋਈ ਵੀ ਵਸਤੂ ਆ ਰਹੀ ਹੈ ਉਸ ਨੂੰ ਸੁਕਾ ਸਕਦਾ ਹੈ। ਪਰ ਜੋ ਪਰਮਾਤਮਾ ਹੈ ਉਹਦੀ ਜਿਹੜੀ ਹਸਤੀ ਹੈ, ਉਹਦਾ ਜਿਹੜਾ ਸਰੂਪ ਹੈ, ਉਹ ਸੂਰਜ ਨੂੰ ਵੀ ਸੁਕਾ ਸਕਦਾ ਹੈ। ਕਿ ਆਦਿਤ ਹੋ ਗਿਆ ਉਹ ਸੂਰਜ ਨੂੰ ਵੀ ਉਹ ਚਾਹੇ ਤੇ ਉਹ ਅਗਰ ਮੌਜ ਵਿੱਚ ਆ ਜਾਏ, ਕਿਉਂਕਿ ਬਣਾਉਣ ਵਾਲਾ ਵੀ ਤਾਂ ਹੀ ਹੈ ਨਾ, ਤੇ ਉਹ ਅਗਰ ਮੌਜ ਵਿੱਚ ਆਏ ਤੇ ਉਹ ਸੂਰਜ ਨੂੰ ਵੀ ਸੁਕਾ ਸਕਦਾ ਹੈ। ਕਿ ਅਵਧੂਤ ਬਰਨ, ਅਵਧੂਤ ਹੋ ਗਿਆ ਜਿਵੇਂ ਅਸੀਂ ਪਹਿਲੇ ਵੀ ਪੜਿਆ ਸੀ ਕਿ ਮਾਇਆ ਦੀ ਲੇਪ ਛੇ ਤੋਂ ਪਰੇ ਭਾਵ ਨਿਰਲੇਪ। ਤੇ ਉਹਦਾ ਜਿਹੜਾ ਬਰਨ ਹੈ ਭਾਵ ਉਹਦੀ ਜਿਹੜੀ ਹਸਤੀ ਹੈ ਉਹ ਅਵਧੂਤ ਹੈ, ਭਾਵ ਨਿਰਲੇਪ ਸਰੂਪ ਹੈ। ਕਿ ਵਿਭੂਤ ਕਰਨਾ ਹੈ। ਇੱਥੇ ਹੁਣ ਜੋ ਕੀ ਆ ਰਿਹਾ, ਮੈਂ ਮਾਫੀ ਚਾਹਨਾ ਕਿ ਮੈਂ ਆਪ ਜੀ ਨੂੰ ਪਹਿਲੇ ਦੱਸਿਆ ਨਹੀਂ, ਪਹਿਲੇ ਹੀ ਦੱਸਣਾ ਚਾਹੁੰਦਾ ਸੀਗਾ ਕਿ ਇਹਦਾ ਅਰਥ ਹੈ ਜੋ ਇਹ ਪਰਮਾਤਮਾ ਵਾਸਤੇ ਵਰਤਿਆ ਜਾ ਰਿਹਾ ਕਿ ਜਿਵੇਂ ਜੋ ਅਵਧੂਤ ਬਰਨ ਹੈ ਭਾਵ ਜਿਹਦੀ ਜਿਹੜੀ ਹਸਤੀ ਜੋ ਨਿਰਲੇਪ ਸਰੂਪ ਵਾਲਾ ਹੈ, ਇਹਦਾ ਕਹਿ ਸਕਦੇ ਹਾਂ ਕਿ ਵਿਭੂਤ ਕਰਨਾ ਹੈ। ਵਿਭੂਤ ਭਾਵ ਜੋ ਉਹਦੇ ਜਿਹੜੇ ਕਰਮ ਨੇ ਤੇ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਕਿਉਂਕਿ ਉਹ ਗੁਣ ਵਾਲਾ ਹੀ ਹੈ, ਗੁਣਵਾਨ ਹੈ ਤੇ ਸਭ ਕੁਝ ਗੁਣ ਬਣਦਾ ਹੈ। ਤੇ ਵਿਭੂਤ ਦਾ ਜਿਹੜਾ ਕਹਿ ਸਕਦੇ ਹਾਂ ਕਿ ਜਿਹੜਾ ਅਰਥ ਹੈ ਉਹ ਹੈਗਾ ਗਹਿਣੇ। ਤੇ ਜੋ ਪਰਮਾਤਮਾ ਹੈ ਉਹ ਵਿਭੂਤ ਕਰਨਾ ਹੈ ਭਾਵ ਸਭ ਨੂੰ ਗਹਿਣੇ ਵੰਡਣ ਵਾਲਾ ਭਾਵ ਅਰਥ ਬਣ ਜਾਏਗਾ ਕਿ ਸਭ ਨੂੰ ਗਹਿਣਿਆਂ ਵਰਗੇ ਕੀਮਤੀ ਜਿਹੜੇ ਗੁਣ ਆ ਉਹ ਵੰਡਣ ਵਾਲਾ ਵੀ ਪਰਮਾਤਮਾ ਹੈ। ਕਿ ਰਾਜੰਗ ਪ੍ਰਭਾ ਹੈ। ਰਾਜੰਗ ਪ੍ਰਭਾ ਰਾਜਿਆਂ ਦੀ ਸੋਭਾ, ਪ੍ਰਭਾ ਭਾਵ ਆਭਾ ਸੋਭਾ, ਤੇ ਉਹ ਵੀ ਪਰਮਾਤਮਾ ਹੀ ਹੈ ਜੋ ਰਾਜਿਆਂ ਦੀ ਕਹਿ ਸਕਦੇ ਹਾਂ ਆਭਾ ਹੈ, ਉਹਨਾਂ ਦੀ ਸੋਭਾ ਹੈ। ਕਿ ਧਰਮੰ ਤੁਜਾ ਹੈ। ਤੁਜਾ ਭਾਵ ਝੰਡਾ ਬੰਦਾ ਦਾ ਧਵਜ ਜਿਵੇਂ, ਤੇ ਨਿਸ਼ਾਨੀ ਉਹਦਾ ਪਾਵਰ ਬਣ ਜਾਏਗਾ ਜੋ ਧਰਮਾਂ ਦੀ ਨਿਸ਼ਾਨੀ ਹੈ। ਪਰਮਾਤਮਾ ਜਿਹੜਾ ਹੈ ਉਹੀ ਅਸਲ ਧਰਮਾਂ ਦੀ ਸੱਚੀ ਨਿਸ਼ਾਨੀ ਹੈ। ਕਿ ਆਸੋਕ ਬਰਨ ਹੈ। ਬਰਨ ਯਾਨੀ ਕਿ ਫਿਰ ਉਹੀ ਗੱਲ ਆ ਗਈ ਇੱਥੇ ਬਰਨ ਦਾ ਇੱਥੇ ਜਿਹੜਾ ਅਰਥ ਹੈ ਹਸਤੀ, ਤੇ ਆਸੋਕ ਇਹਦਾ ਅਸੀਂ ਪਾਵਰ ਲੈ ਸਕਦੇ ਹਾਂ ਆਨੰਦ ਪਈ, ਕਿਉਂਕਿ ਆਸੋਕ ਹੋ ਗਿਆ ਜਿਹਨੂੰ ਕਿਸੇ ਤਰੀਕੇ ਦੇ ਨਾਲ ਕੋਈ ਸ਼ੋਕ ਨਹੀਂ ਲੱਗਦਾ ਭਾਵ ਗਮ ਨਹੀਂ ਲੱਗਦਾ, ਤੇ ਆਸੋਕ ਹੋ ਗਿਆ ਉਹਦਾ ਜਿਹੜਾ ਸਿੱਧਾ ਸਿੱਧਾ ਪਾਵਰ ਜਿਹੜਾ ਬਣ ਜਾਏਗਾ ਉਹ ਆਨੰਦਮਈ। ਕਿ ਜੋ
आनंदमयी हस्ती है कि आसोग बन कि सर्वा अपर्ण है कि अपर्ण अपहरण ਦਾ ਇੱਥੇ अर्थ है ਗਹਿਣੇ कि जो सब ਨੂੰ ਕਹਿ ਸਕਦੇ ਹਾਂ ਕਿ ਆਪਾਂ ਕਿ ਗਹਿਣਿਆਂ ਵਰਗੇ ਭਾਵ ਕੀਮਤੀ ਗੁਣ ਦੇਣ ਵਾਲਾ ਸਰਵਾ अपर्ण है ਸਭ ਨੂੰ ਹੀ ਕਿਉਂਕਿ ਉਹਦੀਆਂ ਹੋਰ ਵੀ ਜਿੰਨੀਆਂ ਵੀ ਦਾਤਾਂ ਹਨ ਉਹ ਬਹੁਤ ਹੀ ਬੇਸ਼ਕੀਮਤੀਆਂ ਹਨ ਤੇ ਉਹਦੀ ਜਿਹੜੀ ਤੁਲਨਾ ਹੈ ਗਹਿਣਿਆਂ ਨਾਲ ਕੀਤੀ ਜਾਂਦੀ ਕਿਉਂਕਿ ਸਭ ਤੋਂ ਜ਼ਿਆਦਾ ਕਹਿ ਸਕਦੇ ਹਾਂ ਕਿ ਜਿਹੜੇ ਇਸ ਵੇਲੇ ਜੋ ਕਹਿ ਸਕਦੇ ਹਾਂ ਮੁੱਲਵਾਨ ਇੱਕ ਕਹਿ ਸਕਦੇ ਹਾਂ ਮਿਸਾਲ ਦੇ ਤੌਰ ਵਿੱਚ ਅਸੀਂ ਗਹਿਣਿਆਂ ਨੂੰ ਕਹਿ ਸਕਦੇ ਹਾਂ ਕਿ ਐਗਜ਼ਾਮਪਲ ਦਿੱਤਾ ਜਾਂਦਾ ਹੈ ਕਿ ਗਹਿਣੇ ਜਿਹੜੇ ਆ ਸਾਡੀ ਨਜ਼ਰ ਵਿੱਚ ਕੀਮਤੀ ਹੈ ਤੇ ਉਹਦਾ ਹੀ ਇੱਥੇ ਐਗਜ਼ਾਮਪਲ ਦਿੱਤਾ ਗਿਆ ਕਿ ਸਰਵਾ अपर्ण ਹੈ ਕਿ ਸਭ ਨੂੰ ਉਹ ਗਹਿਣੇ ਵਰਗੇ ਕੀਮਤੀ ਜਿਹੜੇ ਗੁਣ ਹਨ ਉਹਨਾਂ ਨੂੰ ਦੇਣ ਵਾਲਾ ਵੀ ਪਰਮਾਤਮਾ ਹੈ ਕਿ ਜਗਤੰ कृति है कृति भाव किरत करने वाला रचन वाला कि जगत की रचना करने वाला भी वो अकाल परमात्मा है कि छत्रंग छत्री है जो छत्री होंगे ने सूरमे होंगे उन्हां विच वड्डा सूरमा भी आप परमात्मा है कि ब्रह्मं स्वरूप है ब्रह्म स्वरूप वाला ब्रह्म जो कह सकते हैं कि सब तो वड्डे ज्ञान वाला ब्रह्म स्वरूप है ते कह सकते हैं कि वो ब्रह्म स्वरूप वाला परमात्मा है कि अनुभव अनूप है अनुभव अपने आप तो आप प्रकाशमान अनूप है भाव अन जमा रूप ऐदा असी पहले भी कीता सीगा विचार आया सी संबंधित शब्द ते असी पढ़ा सीगा जो उपमा तो रहत है जिहदी कोई कह सकते हैं कि मुकम्मल तौर पे पूर्ण तौर पे उपमा नहीं कर सकता हाँ कुछ एक गुण कोई दस के अगर ये झूठा दावा कर दे कि हाँ भी मैं परमात्मा के सारे गुण दस दिते हैं तो उसकी गलतफहमी जरूर हो सकती है अगर वो कहे कि हाँ भी मैं सारी उपमा कर दी है तो फिर सोचने का विषय नहीं की वो झूठ के अनुभव अनूप है कि आद अदेव है आद भाव शुरुआत तो ही अदेव है परमात्मा जेड़ा पूजनीक है पर अदेव है शुरुआत तो ही है पर वो किसी देवते की आराधना नहीं करता इसलिए वो अदेव है वो किसी देवते तो रहत है उसनों किसी को आराधना नहीं पैंता किसी की पूजा नहीं करनी पैंती लेकिन वो सब कुछ नहीं कहता शुरुआत तो ही अजिही स्थिति जी है वो मौजूद है कि आप अभेव है आप अपने आप तो ही जेड़ा अभेव भाव जिहदा भेद नहीं पाया जा सकता अपने आप तो ही है ते भेद पाण तो रहत कि चित्रंग विहीन है चित्रंग भाव तस्वीर हो गई चित्र हो गए विहीन है भाव रहत बिना जो चित्रां तो रहत है भाव उदा कोई एक खास कोई कह दे कि मैं चित्र बना लेता परमात्मा नहीं बनाया जा सकता वो चित्रां तो रहत है चित्रां तो परे कि एक है अधीन है वो एक है भाव अपने आप दे ही अधीन है वो किसी होर दी हस्ती दे अधीन नहीं है उसका बड़ा कोई नहीं है इसलिए वो अपने आप दे अधीन आप ही है कि रोजी रज़ाक है रोजी भाव जो सी कह सकते हैं कि रोजी रोटी जो सानू मिलती है किरत सानू मिलती है रज़ाक है भाव उस रोजी रोटी देने वाला भी वो आप अकाल पुरख रहीम है रिहाक है रहीम है रहमत करने वाला वो आप अकाल पुरख वाहिगुरु है रिहाक है भाव रिहाई देने बंधना तो मुक्ति देने वाला भी अकाल पुरख वाहिगुरु रोजी रज़ाक है रहीम है रिहाक है कि पाक बेऐब है पाक हो गया पवित्र ते बेऐब हो गया जिसनों कोई ऐब नहीं जिस विच कोई बुराई नहीं होती ते जो परमात्मा है वो पवित्र है ऐब तो रहता है बुराई तो रहता है कि गैबुल गैब है ते गुप्त रूप विच वर्त रहा है गैबुल गैब है भाव गुप्त रूप विच वर्तन वाला भी परमात्मा यहाँ है कि अफबुल गुनाह है अफबुल हो गया बख्शिश करने वाला गुनाह जिवें असी कोई गुनाह कर देंगे पाप कर देंगे ते उन्हां नूं बख्शण वाला है परमात्मा के अफबुल गुनाह है जो पापा नूं बख्शण वाला है
ਇਹ ਸ਼ਾਹਨ ਸ਼ਾਹ ਹੈ ਜੋ ਸ਼ਾਹਾਂ ਦਾ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਜੋ ਵੀ ਇਹ ਦੁਨੀਆ ਬਣ ਰਹੀ ਹੈ। ਤੇ ਉਹਦਾ ਕਹਿ ਸਕਦੇ ਹਾਂ ਨਾ ਕਿ ਅਗਰ ਪੁੱਛੇ ਕਿ ਉਹਦਾ ਮੁੱਢ ਕੌਣ ਹੈ ਤੇ ਸਾਨੂੰ ਕੀ ਕਹਿਣਾ ਪਏਗਾ? ਕਾਰਨ, ਭਾਵ ਇਹ ਦੁਨੀਆ ਦਾ ਕਹਿ ਸਕਦੇ ਹਾਂ ਜਿਹੜੀ ਰਚਨਾ ਰਚੀ ਗਈ ਹੈ, ਕਿ ਉਹਦਾ ਅਗਰ ਕਹਿ ਸਕਦੇ ਹਾਂ ਕਿ ਜਿਹੜਾ ਮੁੱਢ ਹੈ ਉਹ ਕੌਣ ਹੈ? ਉਹ ਸਿਰਫ ਤੇ ਸਿਰਫ ਉਹ ਆਪ ਅਕਾਲ ਪੁਰਖ ਪਰਮਾਤਮਾ ਹੀ ਹੋ ਸਕਦਾ ਹੈ, ਉਸ ਤੋਂ ਇਲਾਵਾ ਕੋਈ ਨਹੀਂ ਹੈ। ਕਈ ਵਾਰ ਅਸੀਂ ਗਲਤਫਹਿਮੀ 'ਚ ਆ ਕੇ, ਭਰਮ ਭੁਲੇਖਿਆਂ ਵਿੱਚ ਪੈ ਕੇ ਕਿਸੇ ਦੇ ਹੋਰ ਦੇ ਲੜ ਲੱਗਣ ਦੀ ਕੋਸ਼ਿਸ਼ ਕਰਦੇ ਹਾਂ ਕਿ ਹਾਂ ਇੱਥੋਂ ਦਾਤ ਮਿਲ ਜਾਏਗੀ, ਉੱਥੋਂ ਦਾਤ ਮਿਲ ਜਾਏਗੀ, ਪਰ ਹਾਰ ਕੇ ਕਿਤੇ ਨਾ ਕਿਤੇ ਸਾਨੂੰ ਇਹ ਸਮਝ ਆ ਹੀ ਜਾਂਦੀ ਹੈ ਕਿ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਪਰ ਇਹ ਵੀ ਗੱਲ ਜਿਹੜੀ ਹੈ, ਇਹ ਵੀ ਉਹਦੀ ਜਿਹੜੀ ਅਗਰ ਕਿਰਪਾ ਹੋਈ ਹੈ, ਕਿਉਂਕਿ ਉਹ ਕਾਰਨ ਕੁਨਿੰਦ ਹੈ। ਕੁਨਿੰਦ ਹੁੰਦਾ ਭਾਵ ਕਰਨ ਵਾਲਾ, ਤੇ ਜੋ ਵੀ ਕਾਰਨ ਬਣਦੇ ਹਨ ਇਸ ਜਗਤ ਦੇ, ਤੇ ਉਹ ਉਹਦਾ ਜਿਹੜਾ ਕਹਿ ਸਕਦੇ ਹਾਂ ਕਿ ਕਰਨ ਵਾਲਾ ਉਹ ਆਪ ਅਕਾਲ ਪੁਰਖ ਹੈ ਕਿ ਰੋਜ਼ੀ ਦਿਹਿੰਦ ਹੈ। ਹੁਣ ਜਿਹੜਾ ਹਰ ਇੱਕ ਨੂੰ ਪੈਦਾ ਕਰਨ ਵਾਲਾ ਤੇ ਰੋਜ਼ੀ ਜੋ ਰਿਜ਼ਕ ਦੇਣ ਵਾਲਾ ਵੀ ਉਹ ਆਪ ਅਕਾਲ, ਦਿਹਿੰਦ ਭਾਵ ਦੇਣ ਵਾਲਾ ਹੈ। ਇਹਦਾ ਉਚਾਰਨ ਅਗਰ ਦੇਖੋ ਗੁਟਕਿਆਂ ਦੇ ਵੱਖੋ ਵੱਖ ਮਿਲਦਾ ਇਹਦਾ ਵੀ, ਕਈ ਜਗ੍ਹਾ ਹਾਹੇ ਨਾਲ ਸਿਹਾਰੀ ਮਿਲੇਗੀ, ਕਈ ਜਗ੍ਹਾ ਨਹੀਂ ਮਿਲੇਗੀ। ਇਹ ਹੁਣ ਜਿਵੇਂ ਆਪ ਜੀ ਦੇ ਕੋਲ ਆਪ ਜੀ ਕੋ ਜਿਹੜਾ ਗੁਟਕਾ ਆਉਂਦਾ ਉਸ ਹਿਸਾਬ ਨਾਲ ਜੀ ਹੋ ਜੇ। ਫਿਲਹਾਲ ਪਾਠ ਕੋਲ ਜਦ ਤੱਕ ਪੰਥ ਵੱਲੋਂ ਸਾਰੇ ਸਰੂਪਾਂ ਦਾ ਕੋਈ ਇੱਕ ਨਿਚੋੜ ਨਹੀਂ ਕੱਢਿਆ ਜਾਂਦਾ, ਤੇ ਲੇਕਿਨ ਜੋ ਅਗਰ ਰਿਸਰਚ ਦੇ ਅਕੋਰਡਿੰਗ ਦੇਖਿਆ ਜਾਏ ਤੇ ਉਹਦੇ ਵਿੱਚ ਸਿਹਾਰੀ ਮਿਲੀ ਹੈ। ਫਿਲਹਾਲ ਅਗਰ ਭਵਿੱਖ ਵਿੱਚ ਕੋਈ ਹੋਰ ਅਗਰ ਰਿਸਰਚ ਦੇ ਨਾਲ ਕੋਈ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਤਾਂ ਉਹ ਵੀ ਆਪ ਜੀ ਨਾਲ ਜ਼ਰੂਰ ਸਾਂਝੀ ਕੀਤੀ ਹੋਏਗੀ ਕਿ ਤੇ ਇਸ ਵਿੱਚ ਲੇਕਿਨ ਕਨਫਿਊਜ਼ ਨਹੀਂ ਹੋ ਤੇ ਕਿ ਰੋਜ਼ੀ ਦਿਹਿੰਦ ਹੈ। ਦਿਹਿੰਦ ਦਾ ਅਰਥ ਹੈ ਭਾਵ ਦੇਣ, ਕਿ ਰੋਜ਼ੀ ਭਾਵ ਜੋ ਰੋਜ਼ੀ ਰੋਟੀ ਸਾਨੂੰ ਸਭ ਨੂੰ ਦੇਣ ਵਾਲਾ, ਕਿ ਰਾਜ਼ਕ ਰਹੀਮ ਹੈ। ਰਾਜ਼ਕ ਕੋਈ ਹੋ ਗਿਆ ਰਿਜ਼ਕ, ਜਿਹੜਾ ਹੈ ਰਿਜ਼ਕ ਦਾ ਹੀ ਬਣਿਆ ਰਾਜ਼ਕ, ਰਿਜ਼ਕ ਦੇਣ ਵਾਲਾ ਵੀ। ਰਹੀਮ ਕੋਈ ਭਾਵ ਰਹਿਮਤ ਕਰਨ ਵਾਲਾ, ਕਿ ਕਰਮੰ ਕਰੀਮ ਹੈ। ਕਰਮੰ ਭਾਵ ਬਖਸ਼ੀਸ਼, ਕਰੀਮ ਭਾਵ ਬਖਸ਼ੀਸ਼ ਕਰਨ ਵਾਲਾ, ਤੇ ਬਖਸ਼ੀਸ਼ ਕਰਨ ਵਾਲਾ ਵੀ ਉਹ ਆਪ ਅਕਾਲ ਪੁਰਖ ਵਾਹਿਗੁਰੂ ਹੈ। ਕਿ ਸਰਬੰ ਕਲੀ ਹੈ। ਕਲੀ, ਕਲੀ ਭਾਵ ਕਲਾਵਾਨ, ਤਾਕਤ ਦਾ ਮਾਲਕ, ਤੇ ਜੋ ਪਰਮਾਤਮਾ ਹੈ ਉਹ ਸਭ ਕਹਿ ਸਕਦੇ ਹਾਂ ਕਿ ਸਾਰੀਆਂ ਕਲਾ ਦੇ ਨਾਲ, ਹਰ ਇੱਕ ਕਲਾ ਵਿੱਚ ਉਹ ਆਪ ਮੌਜੂਦ ਹੈ, ਹਰ ਇੱਕ ਨੂੰ ਕਲਾ ਦੇਣ ਵਾਲਾ। ਕਿ ਸਰਬੰ ਦਲੀ ਹੈ, ਕਿ ਹਰ ਇੱਕ ਦਲੀ ਭਾਵ ਦਲਣ ਵਾਲਾ ਭਾਵ ਨਾਸ ਕਰਨ ਵਾਲਾ, ਤੇ ਹਰ ਇੱਕ ਨੂੰ ਨਾਸ ਕਰਨ ਵਾਲਾ ਵੀ ਉਹ ਆਪ ਅਕਾਲ ਪੁਰਖ ਵਾਹਿਗੁਰੂ ਹੈ। ਕਿ ਸਰਬਤਰ ਮਾਨਯ ਹੈ, ਸਭ ਦੇ ਮਾਨਯੋਗ ਉਹ ਪਰਮਾਤਮਾ ਹੈ। ਕਿ ਸਰਬਤਰ ਦਾਨਯ ਹੈ, ਤੇ ਸਭ ਨੂੰ ਦਾਨ ਦੇਣ ਵਾਲਾ ਵੀ ਪਰਮਾਤਮਾ ਹੈ। ਕਿ ਸਰਬਤਰ ਗੌਣ ਹੈ, ਹਰ ਇੱਕ ਜਗ੍ਹਾ ਤੇ ਪਹੁੰਚ ਕਰਨ ਵਾਲਾ, ਗੌਣ ਕਰਨ ਵਾਲਾ, ਪਹੁੰਚ ਕਰਨ ਵਾਲਾ ਵੀ ਪਰਮਾਤਮਾ ਹੈ। ਕਿ ਸਰਬਤਰ ਭਵਨ ਹੈ, ਕਿ ਹਰ ਇੱਕ ਭਵਨ ਵਿੱਚ ਲੋਕ ਵਿੱਚ ਜਿਹੜਾ ਹੈ ਜੋ ਮੌਜੂਦ ਹੈ ਉਹ ਆਪ ਪਰਮਾਤਮਾ ਹੈ, ਹਰ ਇੱਕ ਭਵਨ ਵਿੱਚ ਜੋ ਹੈ। ਕਿ ਸਰਬਤਰ ਦੇਸ ਹੈ, ਜੋ ਹਰ ਇੱਕ ਦੇਸ਼ ਵਿੱਚ। ਕਿ ਸਰਬਤਰ ਭੇਸ ਹੈ, ਜੋ ਹਰ ਇੱਕ ਭੇਸ ਵਿੱਚ ਹੈ। ਕਿ ਸਰਬਤਰ ਰਾਜ ਹੈ, ਜੋ ਕਹਿ ਸਕਦੇ ਹਾਂ ਕਿ ਹਰ ਇੱਕ ਰਾਜ ਵਿੱਚ, ਹਰ ਇੱਕ ਰਾਜ ਵਿੱਚ ਉਹਦੀ ਜਿਹੜੀ ਅਸਲੀ ਮੌਜੂਦ ਹੈ। ਕਿ ਸਰਬਤਰ ਸਾਜ ਹੈ, ਸਾਜ ਹੈ। ਕਿ ਸਰਬਤਰ ਸਾਜ ਹੈ, ਕਿ ਹਰ ਇੱਕ ਨੂੰ ਸਾਜਣ ਵਾਲਾ ਵੀ ਆਪ ਅਕਾਲ ਪੁਰਖ ਹੈ। ਕਿ ਸਰਬਤਰ ਦੀਨ ਹੈ, ਕਿ ਸਭ ਨੂੰ ਦੇਣ ਵਾਲਾ ਵੀ ਆਪ ਅਕਾਲ ਪੁਰਖ ਹੈ। ਕਿ ਸਰਬਤਰ ਲੀਨ ਹੈ, ਕਿ ਸਭ ਕੋਲ ਵਾਪਿਸ ਲੈਣ ਵਾਲਾ ਵੀ ਉਹ ਆਪ ਅਕਾਲ ਪੁਰਖ ਹੈ। ਤੇ ਇਹਦਾ ਇੱਕ ਹੋਰ ਅਰਥ ਬਣਦਾ ਹੈ ਲੀਨ ਹੈ ਭਾਵ ਹਰ ਇੱਕ ਵਿੱਚ ਜੋ ਲੀਨ ਹੈ ਉਹ ਵੀ ਆਪ ਅਕਾਲ ਪੁਰਖ ਪਰਮਾਤਮਾ। ਕਿ ਸਰਬਤਰ ਜਾਹੋ, ਜੋ ਜਿਹਦਾ ਕਹਿ ਸਕਦੇ ਹਾਂ ਜਿਹੜਾ ਜਲਾਲ ਹੈ, ਜਾਹੋ ਜਲਾਲ ਜਿਹੜਾ ਹੈ, ਜਿਹਦਾ ਪ੍ਰਕਾਸ਼ ਜਿਹੜਾ ਹੈ ਉਹ ਕਹਿ ਸਕਦੇ ਹਾਂ ਹਰ ਇੱਕ ਵਿੱਚ ਹੈ। ਕਿ ਸਰਬਤਰ ਭਾਹੋ, ਭਾਹੋ ਹੋ ਗਿਆ ਰੋਸ਼ਨੀ, ਚਮਕ, ਤੇ ਜਿੱਥੇ ਉਹਦਾ ਤੇਜ ਪ੍ਰਤਾਪ ਹਰ ਜਗ੍ਹਾ ਹੈ ਉੱਦਾਂ ਹੀ ਉਹਦੀ ਜਿਹੜੀ ਚਮਕ ਹੈ, ਜਿਹੜੀ ਰੋਸ਼ਨੀ ਹੈ ਉਹ ਵੀ ਹਰ ਇੱਕ ਇਸ ਵਿੱਚ ਵਿਆਪਕ ਤੌਰ ਤੇ ਮੌਜੂਦ ਹੈ। ਹਰ ਇੱਕ ਵਿੱਚ ਉਹਦੀ ਰੋਸ਼ਨੀ, ਹਰ ਇੱਕ ਦੀ ਚਮਕ ਹੈ, ਉਹਦਾ ਪ੍ਰਤਾਪ ਹੈ। ਕਿ ਸਰਬਤਰ ਦੇਸ ਹੈ, ਜੋ ਹਰ ਇੱਕ ਦੇਸ਼ ਵਿੱਚ ਹੈ। ਕਿ ਸਰਬਤਰ ਭੇਸ ਹੈ, ਜੋ ਹਰ ਇੱਕ ਭੇਸ ਵਿੱਚ ਹੈ। ਕਿ ਸਰਬਤਰ ਕਾਲ ਹੈ, ਜੋ ਕਹਿ ਸਕਦੇ ਹਾਂ ਸਭ ਨੂੰ ਮੌਤ ਦੇਣ ਵਾਲਾ ਵੀ
परमात्मा है जो सबका काल स्वरूप भी है कि सबत्र पालै, जो सब पालन वाला भी परमात्मा आप है, पालना करना। कि सबत्र हंता, हंता भाव हिरन वाला ते भाव उसनूं कह सकते हैं कि ਆਪਾਂ जो सब ਦਾ नाश ਕਰਨ ਵਾਲਾ जो परमात्मा है वही है ना। ਹੁਣ ਅਸੀਂ ਗੱਲ ਕਰੀਏ ਕਿ ਇੱਥੇ ਕਿਉਂਕਿ ਦੇਖੋ ਇਹ ਚੀਜ਼ਾਂ ਨੂੰ ਥੋੜਾ ਜਿਹਾ ਹੋਰ ਅਸੀਂ ਪ੍ਰੈਕਟੀਕਲ ਵੀ ਸਮਝਣਾ ਪਏਗਾ कि जे जन्म अगर किसी ने देता है, अगर मतलब परमात्मा ने सानू दिता है ना जन्म देने वाला भी वही है, तो सानू साडा जिहड़ा कह सकते हैं जिहड़ी जिंद है, साडे जिहड़े प्राण है, वो हरन वाला भी वो आप अकाल पुरख है। दोनों पासे सानू इहदा ध्यान देना पेगा ते सानू समझ आएगी। फिर की होएगा, साडी जिहड़ी कह सकते हैं कि जिहड़ी बिरती है ना वो इक्को तरफ जिहड़ी है कह सकते हैं कि सिर्फ ते सिर्फ फोकस रहेगा, ध्यान साडा इक्को वाल जाएगा कि हाँ परमात्मा ही है, परमात्मा ही है, परमात्मा ही है। तो उस तो इलावा किसी भी होर कह सकते हैं कि धड़े की जिहड़ी आस जिहड़ी है साडे विच अपने आप ही दूर हो जाएगी। क्यों? क्योंकि समझ आ गया कि परमात्मा ही है, परमात्मा ही है, परमात्मा ही है। ते इसलिए समझना पेगा कि जिथे वो पैदा करने वाला है, जिथे वो सानू सब दी पालना करने वाला है, जिथे वो सानू सारियां दातां बख्शण वाला आप है, ते वो जिहड़ा है परमात्मा वो काल स्वरूप भी आप है। उस तो इलावा कोई और नहीं है कि असीं सोचीए कि हाँ भाई कोई सानू जिवें अगर कोई असीं किसी दी गल विच आके सोचांगे कि साडी जिंदगी वड्डी हो जाएगी या फिर असीं कह सकते हैं कि ज़्यादा देर विच आपां जी सकते हैं, ते नहीं अजिहा कुछ नहीं। परमात्मा ने जे कह सकते हैं कि सानू एक मौका दिता है कि इस जन्म विच असीं अपनी जिहड़ी जिंदगी है उहनूं सवार के कह सकते हैं जन्म मरण के गेट तो मुक्त हो जाइए। पर वो हुंदा नहीं कि सबत्र हंता सब नूं कह सकते मारन वाला, ते सबत्र गंता जो हर थां देखो ना हुण परमात्मा दी हर थां पहुंच कि सबत्र गंता जो हर एक जगह ते अपनी पहुंच कि सबत्र भेखी जो हर एक भेख विच। कई बार असीं ये गलती खा जाते हैं कि हाँ जी नहीं एक किसी खास स्वरूप तो असीं जद प्रभावित हो जाते हैं भेख पहरावे तो कि हाँ जी ये जिहड़ा ना ये परमात्मा का स्वरूप है। नहीं, परमात्मा का हर एक कह सकते हैं जो भी सानू नजर आ रहा है वो कितना कितने परमात्मा का ही स्वरूप है। बस साडे कोल वो अखां नहीं है, असीं वो वेख नहीं पाते। पर सबत्र वेखी पर परमात्मा जिहड़ा है वो सब नू वेख रहा है, वेखी भाव वेखण वाला सबत्र वेखी परमात्मा सब वेख असीं उन्होंने नहीं वेख पा रहे, वो हर जगह मौजूद है। कहना मतलब भेकी हर एक भेष में कमाल की गल है कि मतलब भेकी सानू वेख भी रहा, मतलब इन्ना कोल है, इन्ना कोल है कि वो सानू हर वेले वेख असीं उन्होंने नहीं वेख पा रहे। पर यह गुरु की नज़र है, उसकी मौज है। तो जरूर जब ज्यों वही गल है कि जो जो असीं इस राह वल होर वधी जावांगे वधी जावांगे तो हो सकता है जो साडे इन्ने नेड़े है शायद किसी दिन वो दर्शन जिहड़ा है दे सकता कि सबत्र काज है जो हर एक कारज कह सकते कारज विच आप विराजमान हर एक कारज करने वाला है। कि सबत्र राजा है तो कह सकते हैं जो हर एक राज विच आप कह सकते हैं राजा बन के विचरण वाला है। कि सबत्र सुख है सोखण वाला सबनों सुकार देने वाला भाव नाश करने वाला भी परमात्मा ही है। कि सबत्र भुख है भाव पालन वाला सब दी पालना करने वाला भी आप अकाल पुरख परमात्मा। ते ये जो है अजे भगवती शब्द जिहड़ा है अजे होर इहदा जिहड़ा पार्ट आएगा अजे असी जिन्ना को हो सकिया है इस वीडियो में कवर करने की कोशिश की है। कि हो सके अगर जल्दी आप अगले पार्ट में बाकी का जिहड़ा पार्ट है जिन्ना हो पाएगा असी कवर करने की कोशिश करेंगे। सब दा बेअंत धन्यवाद। अगर आप जी का कोई सवाल है तो बिल्कुल आप जी कमेंट बॉक्स में लिख सकते हो जी। असीस बख्शना फतेह बनाना जी। वाहिगुरु जी का खालसा वाहिगुरु जी की